ਸਾਂਝੀ ਸੋਚ ਸਾਂਝਾ ਸੁਨੇਹਾ ਦੇ ਸੂਝਵਾਨ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਗੱਲਬਾਤ ਜਾਰੀ ਹੈ ਜੋ ਪੰਜਾਬ ਤੇ ਹਿੰਦੁਸਤਾਨ ਦੀ ਪੋਲੀਟਿਕਸ ਦੀ ਲੋਕ ਸਭਾ ਚੋਣਾਂ ਦੀ। ਸਰਦਾਰ ਦਵਿੰਦਰ ਸਿੰਘ ਜੀ, ਮੇਰਾ ਸੇਮ ਕੁਐਸਚਨ ਤੁਹਾਡੇ ਨਾਲ ਹੈ ਜੋ ਮੈਂ ਗੁਰਮੀਤ ਸਿੰਘ ਜੀ ਨਾਲ ਕੀਤਾ ਸੀ ਕਿ ਪੰਜਾਬ ਦੀ ਜਿਹੜੀ ਜਨਤਾ ਆ, ਕੀ ਉਸ ਜਨਤਾ ਨੂੰ ਪੰਜਾਬ ਦੀ ਜਿਹੜੀ ਇਸ ਵੇਲੇ ਇੰਨੀ ਗੰਭੀਰ ਸਥਿਤੀ ਬਣੀ ਹੋਈ ਹੈ ਕਿ ਉਸ ਤੋਂ ਉਹ ਜਾਣੂ ਹੈ, ਅਵੇਅਰ ਹੈ? ਜੇ ਹੈ ਤਾਂ ਕਿੰਨੀ ਹੈ? ਦੇਖੋ, ਜਿੱਥੇ ਤੱਕ ਕਈ ਆਪਾਂ ਲਈਏ ਸੋਸ਼ਲ, ਕਲਚਰਲ ਜਾਂ ਫਾਈਨੈਂਸ਼ੀਅਲ ਮੈਟਰਸ ਤੇ ਜਿੱਥੇ ਜਾਣੀ ਸਾਡੀ ਇਕਨੋਮਿਕ ਕੰਡੀਸ਼ਨ ਵੀ ਆਉਂਦੀ ਆ। ਇਕਨੋਮਿਕ ਕੰਡੀਸ਼ਨ ਵਾਸਤੇ ਜੇ ਦੇਖਿਆ ਜਾਵੇ, ਜੇ ਕਿਸੇ ਆਪਾਂ ਪੰਜਾਬ 'ਚੋਂ ਰਹਿੰਦੇ ਸਾਡੇ ਰਿਸ਼ਤੇਦਾਰ ਜਾਂ ਦੋਸਤ ਨਾਲ ਗੱਲ ਕੀਤੀ ਜਾਵੇ, ਇੱਕ ਸਾਡੀ ਕੋਈ ਬੇਟੀ ਉੱਥੋਂ ਕੋਈ ਰਿਸ਼ਤੇਦਾਰ ਸੀਗੀ, ਉਹਨੇ ਦੱਸਿਆ ਕਿ ਨਰਸਿੰਗ ਦੀ ਡਿਗਰੀ ਕਰਕੇ ਆਈ ਆ। ਉਹਦੇ ਲਈ ਇਹ ਆ ਵੀ ਜਿਹੜਾ ਜੋਬ ਉਹਨੂੰ ਵਧੀਆ ਮਿਲਿਆ, ਉਹ ਜੋਬ ਦੇ ਲਈ ਵੀ ਘਰੋਂ ਪੈਸੇ ਮੰਗਵਾਉਣੇ ਪੈਂਦੇ ਆ ਜੋਬ ਕਰਨ ਤੋਂ ਬਾਅਦ ਵੀ। ਇੱਕ ਆਪਦੇ ਯਾਨੀ ਨੋਰਮਲ ਜਿਹੜੀ ਜੋਬ ਤੋਂ ਬਾਅਦ ਹੈ ਨਾ, ਖਰਚਾ ਇੰਨਾ ਕਿ ਵੀ ਉਹ ਜੋਬ ਪੂਰਾ ਨਹੀਂ ਕਰਦਾ। ਇੱਕ ਐਵਰੇਜ ਡਿਗਰੀ ਦੀ ਇਹ ਕੰਡੀਸ਼ਨ ਆ। ਉਹ ਕਿਉਂ ਹੋਈ? ਪਹਿਲੀ ਗੱਲ ਆ ਕਿਉਂਕਿ ਇਹਦੀ ਰੀਜ਼ਨ ਇਹ ਹੈ ਵੀ ਮਹਿੰਗਾਈ ਬਹੁਤ ਵੱਧ ਗਈ ਆ। ਇਹ ਤਾਂ ਇਕੱਲਾ ਬੱਚੇ ਨੂੰ ਜਾਣਨਾ ਚਾਹੀਦਾ ਮਹਿੰਗਾਈ ਕਿਉਂ ਵੱਧ ਗਈ ਆ। ਵੱਧ ਰਹੀ ਆ, ਕਿਉਂ ਵੱਧ ਰਹੀ ਆ, ਇਹ ਪੰਜਾਬੀਆਂ ਨੂੰ ਨਹੀਂ ਪਤਾ ਜੀ। ਠੀਕ ਆ, ਪਹਿਲੀ ਗੱਲ ਤਾਂ ਹੈਗੀ ਆ, ਵਧੀ ਤਾਂ ਦਿੰਦੀ ਆ ਕਿਉਂਕਿ ਜੇਬ ਤੇ ਵਿੱਚ ਭਾਰ ਪਿਆ ਹੋਇਆ। ਕਿਉਂ ਵਧੀ ਆ ਇਹ ਨਹੀਂ ਪਤਾ। ਦੂਜੀ ਗੱਲ, ਜਦੋਂ ਗ੍ਰੈਜੂਏਟ ਹੋ ਕੇ ਅਸੀਂ ਜਾਈਦਾ, ਜੋਬ ਨਹੀਂ ਮਿਲਦੇ, ਇਹ ਤਾਂ ਪਤਾ ਵੀ ਨਹੀਂ ਮਿਲਦੇ, ਕਿਉਂ ਨਹੀਂ ਮਿਲਦੇ ਇਹਦਾ ਨਹੀਂ ਪਤਾ। ਦੂਜੀ ਵਾਰ ਸਾਡੀ ਇਕਨੋਮਿਕ ਕੰਡੀਸ਼ਨ ਕੀ ਆ ਵੀ ਗੌਰਮੈਂਟ ਤੋਂ ਅਸੀਂ ਐਕਸਪੈਕਟੇਸ਼ਨ ਕਰਦੇ ਹਾਂ, ਸਾਨੂੰ ਇੰਨਾ ਪਤਾ ਵੀ ਗੌਰਮੈਂਟ ਕੁਛ ਨਹੀਂ ਕਰਦੀ, ਕਿਉਂ ਨਹੀਂ ਕਰਦੀ ਇਹ ਨਹੀਂ ਪਤਾ। ਅਸੀਂ ਉੱਥੇ ਉਸੇ ਲੈਵਲ ਤੇ ਆਪਣੇ ਦਿਮਾਗ ਤੋਂ ਲੱਗਦਾ ਸਾਨੂੰ ਵੀ ਅਸੀਂ ਇਸ ਤੋਂ ਗਾਂਹ ਕੁਛ ਨਹੀਂ ਕਰ ਸਕਦੇ। ਉਹ ਜਿਹੜੀ ਇੱਕ ਕੰਡੀਸ਼ਨ ਕਿਸੇ ਵੀ ਸਮਾਜ ਲਈ, ਕਿਸੇ ਵੀ ਪ੍ਰੋਵਿੰਸ ਲਈ, ਕਿਸੇ ਵੀ ਕੰਟਰੀ ਲਈ ਕਾਫੀ ਬੈਡ ਸਿਚੁਏਸ਼ਨ ਹੋ ਜਾਂਦੀ ਆ। ਜੇ ਆਪਣੇ ਘਰੇ ਚੋਰੀ ਕਰਦੇ ਲੈ ਜਾਣ, ਰੋਜ਼ ਚੋਰੀ ਹੁੰਦੀ ਹੋਵੇ, ਆਪਾਂ ਨੂੰ ਪਤਾ ਹੀ ਨਾ ਹੋਵੇ ਕਿ ਸਾਡੇ ਆਪਣੇ ਵਿੱਚੋਂ ਕੋਈ ਚੋਰੀ ਕਰੀ ਜਾਂਦੇ ਨੇ ਸਾਲ 2 ਸਾਲ, ਤਾਂ ਸਾਡੇ ਘਰੇ ਕੀ ਰਹੂਗਾ? ਜਦੋਂ ਸਾਨੂੰ ਸਾਡੀ ਐਕਚੁਅਲ ਪ੍ਰੋਬਲਮ ਦਾ ਹੀ ਨਹੀਂ ਪਤਾ ਹੈਗਾ ਵੀ ਸਾਡੀ ਪ੍ਰੋਬਲਮ ਸੋਲੂਸ਼ਨ ਤਾਂ ਹੀ ਲੱਭਾਂਗੇ ਜੇ ਪ੍ਰੋਬਲਮ ਆਊਗੀ। ਜੇ ਹੁਣ ਕੋਈ ਅਸੀਂ ਡਾਕਟਰ ਕੋਲੇ ਜਾਈਏ, ਜੇ ਸਾਨੂੰ ਬਿਮਾਰੀ ਦਾ ਨਹੀਂ ਪਤਾ ਤਾਂ ਇਲਾਜ ਕਿੱਥੋਂ ਹੋਊਗਾ? ਸੋ ਇਸ ਜਿਹੜਾ ਤੁਹਾਡਾ ਕੁਐਸਚਨ ਆ ਉਹ 'ਤੇ ਮੈਂ ਵਾਪਸ ਜਾਣਾ ਕਿ ਪੰਜਾਬ ਦੇ ਲੋਕ ਜਿਹੜੀ ਐਕਚੁਅਲ ਪ੍ਰੋਬਲਮ ਆ ਉਹ ਤੋਂ ਭਲੀ ਭਾਂਤ ਨਹੀਂ ਹੈਗੇ। ਉਹ ਭਲੀ ਭਾਂਤ ਸਿਰਫ ਇਹੀ ਹੈ ਵੀ ਜਿਹੜੀਆਂ ਵਿਜ਼ੀਬਲ ਗੱਲਾਂ ਨੇ ਉਹ ਦਿਖਦੀਆਂ ਨੇ, ਪਰ ਉਸ ਦੇ ਵਿੱਚ ਰੋਟੇਸ਼ਨ ਦੇ ਵਿੱਚੋਂ 5 ਸਾਲ ਬਾਅਦ ਫਿਰ ਚੋਣਾਂ ਆ ਜਾਂਦੀਆਂ ਨੇ, ਚਾਹੇ ਉਹ ਫੈਡਰਲ ਹੋਣ ਚਾਹੇ ਪ੍ਰੋਵਿੰਸ਼ੀਅਲ ਹੋਣ। ਉਸ ਦੇ ਵਿੱਚ ਪੰਜਾਬ ਨੇ ਅੱਜ ਤੱਕ ਭੂਮਿਕਾ ਇਹੀ ਨਿਭਾਈ ਆ ਕਿ ਆਲਟਰਨੇਟ ਗੌਰਮੈਂਟਾਂ ਲੈ ਕੇ ਆਉਂਦੇ ਰਹੇ ਨੇ। ਹਰੇਕ ਵਾਰ ਐਂਟੀ ਇਨਕੰਬੈਂਸੀ ਨੂੰ ਵੋਟਾਂ ਪੈਂਦੀਆਂ ਰਹੀਆਂ, ਪਿਛਲੀ ਵਾਰ ਨੂੰ ਛੱਡ ਕੇ। ਪਿਛਲੀ ਵਾਰ ਥੋੜਾ ਜਿਹਾ ਕਿਉਂਕਿ ਪੀਪਲਸ ਪਾਰਟੀ ਆਫ ਪੰਜਾਬ ਕਰਕੇ ਪੋਲਿਟਿਕਸ ਥੋੜੀ ਜਿਹੀ ਲਹਿਰਾ ਹੋਈ, ਪਰ ਜੇ ਦੇਖਿਆ ਜਾਵੇ ਕਿ ਆਲਟਰਨੇਟ ਗੌਰਮੈਂਟਾਂ ਬਣਦੀਆਂ ਰਹੀਆਂ। ਉਹਨਾਂ ਨੇ ਆਪਦਾ ਗੁੱਸਾ ਲਾਤਾ ਵੀ ਗੌਰਮੈਂਟ ਚੰਗੀ ਨਹੀਂ, ਪ੍ਰੋਬਲਮ ਆ, ਨਵੀਂ ਲੈ ਆਊਗੀ, ਅਕਾਲੀ ਦੀ ਥਾਂ ਕਾਂਗਰਸ ਲੈ ਆਵਾਂਗੇ, ਕਾਂਗਰਸ ਦੀ ਥਾਂ ਅਕਾਲੀ ਲੈ ਆਵਾਂਗੇ, ਸ਼ਾਇਦ ਸੋਲੂਸ਼ਨ ਹੋ ਜਾਏ। ਪੰਜਾਬ ਦੀ ਜਿਹੜੀ ਮਾਲੀ ਹਾਲਤ ਹੁਣ ਹੈਗੀ ਆ, ਉਸ ਨੂੰ ਰੱਬ ਹੀ ਬਚਾ ਜਾਵੇ ਤਾਂ ਬਚਾ ਜਾਵੇ, ਹੋਰ ਕੋਈ ਨਹੀਂ ਬਚਾ ਸਕਦਾ। ਉਹਦਾ ਰੀਜ਼ਨ ਇਹ ਆ ਕਿ ਜਦੋਂ ਪੰਜਾਬ ਦੇ ਵਿੱਚ, ਜੇ ਤੁਸੀਂ ਹੁਣ ਇਹਨਾਂ ਦੀਆਂ ਸਪੀਚਾਂ ਸੁਣੋ ਸਾਡੇ ਲੀਡਰਾਂ ਦੀਆਂ, ਮੈਂ ਲੀਡ ਸਪੀਚ ਸੁਣ ਰਿਹਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ। ਉਹ ਕਹਿੰਦੇ ਵੀ ਜੇਟਲੀ ਸਾਹਿਬ ਨੇ ਬਣ ਜਾਣਾ ਉਪ ਪ੍ਰਧਾਨ ਮੰਤਰੀ, ਜਦੋਂ ਉਹ ਬਣ ਗਏ ਤਾਂ ਅਸੀਂ ਟਰੱਕਾਂ ਦੇ ਟਰੱਕ ਪੈਸਿਆਂ ਦੇ ਭਰ ਕੇ ਉੱਥੋਂ ਲੈ ਕੇ ਆਵਾਂਗੇ। ਠੀਕ ਆ, ਹਾਂ, ਬੜੀਆਂ ਤਾੜੀਆਂ ਵੱਜੀਆਂ ਵੀ ਦਿੱਲੀ ਤੋਂ ਟਰੱਕਾਂ ਦੇ ਟਰੱਕ ਪੈਸੇ ਭਰ ਕੇ ਆਉਣਗੇ, ਰਾਈਟ। ਹੁਣ ਟੈਕਨੀਕਲੀ ਵਟ ਹੀ ਸੇਇੰਗ, ਜਾਣੀ ਜੇ ਗੌਰ ਕੀਤਾ ਜਾਵੇ ਕਿ ਅਸੀਂ ਕਰਜ਼ਾ ਹੋਰ ਲੈ ਕੇ ਆਵਾਂਗੇ। ਅਸੀਂ ਕਰਜ਼ਾਈ ਇੰਨੇ ਹੋ ਚੁੱਕੇ ਹਾਂ, ਸਾਨੂੰ ਸਾਰੇ ਵਰਲਡ ਬੈਂਕ ਨੇ, ਸਾਰੇ ਬੈਂਕਾਂ ਨੇ ਹੱਥ ਖੜੇ ਕਰ ਦਿੱਤੇ ਨੇ। ਜਿਹੜੇ ਤੁਹਾਡੇ ਪ੍ਰੋਜੈਕਟ ਨੇ ਆਲ ਸਬਸਿਡਾਈਜ਼ ਪ੍ਰੋਜੈਕਟ ਨੇ, ਕਿਉਂਕਿ ਤੁਸੀਂ ਉਹਨਾਂ ਦਾ ਜਿਹੜਾ ਕੈਸ਼ ਫਲੋ ਹੁੰਦਾ ਨਾ, ਵੀ ਤੁਸੀਂ ਪ੍ਰੋਜੈਕਟ ਲਾਉਣੇ ਹੋ, ਫਰਜ਼ ਕਰੋ ਕੋਈ ਪ੍ਰੋਜੈਕਟ ਆਪਾਂ ਲਾਉਣੇ ਕੋਈ ਇੰਡਸਟਰੀ ਦੇ ਲਈ, ਗੌਰਮੈਂਟਾਂ ਲੋਨ ਲੈਂਦੀਆਂ ਨੇ, ਲੈਣੀਆਂ ਵੀ ਚਾਹੀਦੀਆਂ ਨੇ, ਇੱਥੇ ਦੀਆਂ ਵੀ ਲੈਂਦੀਆਂ ਨੇ, ਪਰ ਉਹ ਹੁੰਦਾ ਵੀ ਇਹਨੂੰ ਵਾਇਬਲ ਬਣਾਉਣ ਲਈ ਜਿਹੜੀ ਸਾਡੀ ਪਬਲਿਕ ਆ ਉਹਨੂੰ ਫਾਇਦਾ ਹੋਵੇ ਤੇ ਲੌਂਗ ਰਨ ਦੇ ਵਿੱਚ ਗੌਰਮੈਂਟ ਨੂੰ ਵੀ ਫਾਇਦਾ ਹੋਵੇ ਤੇ ਉਹ ਸੈਲਫ ਸਫੀਸ਼ੀਐਂਟ ਹੋ ਜਾਣ। ਪਰ ਇੱਥੇ ਜਿਹੜੇ ਪ੍ਰੋਜੈਕਟ ਲਾਏ ਜਾਣਗੇ, ਜਿਹੜਾ ਇੰਨਾ ਕਰਜ਼ਾ ਲੈ ਕੇ, ਉਹ ਲੋਕਾਂ ਨੂੰ ਸਬਸਿਡੀਜ਼ ਨਾ ਤਾਂ ਬੇਵਕੂਫ ਬਣਾਇਆ ਜਾਊਗਾ, ਪਰ ਉਹ ਪ੍ਰੋਜੈਕਟ ਦੇ ਵਿੱਚੋਂ ਹੀ ਆਪਦਾ ਪੈਸੇ ਖਾਣ ਦਾ ਢੰਗ ਬਣਾਇਆ ਜਾਊਗਾ। ਡਿਵੈਲਪਮੈਂਟ ਦੇ ਨਾਂ ਤੇ ਕਰਪਸ਼ਨ ਲੈ ਕੇ ਆਈ ਜਾਊਗੀ। ਕਿਸੇ ਵੀ ਪੰਜਾਬੀ ਨੂੰ ਪੁੱਛੋ, ਸਿਰਫ 1% ਪੰਜਾਬੀ ਨੂੰ ਪਤਾ ਵੀ ਪੰਜਾਬ ਦੇ ਉੱਤੇ ਕਰਜ਼ਾ ਕਿੰਨਾ। ਜੇ ਕਿਸੇ ਨੂੰ ਪੁੱਛੇ ਵੀ ਕਿਸੇ ਨੇ ਬਜਟ ਪੜ੍ਹਿਆ ਤਾਂ ਉਹ 1% ਤੋਂ ਵੀ ਥੱਲੇ ਰਹਿੰਦੇ ਨੇ। ਹੁਣ ਇੱਥੇ ਅਸੀਂ ਦੇਖਿਆ ਜਾਵੇ, ਜਦੋਂ ਇੱਥੇ ਆ ਕੇ ਸਾਨੂੰ ਪਤਾ ਲੱਗਦਾ ਵੀ ਜਿਹੜੇ ਡੈਫਿਸਿਟ ਤੇ ਸਰਪਲਸ ਦਾ ਕੀ ਫਰਕ ਹੁੰਦਾ। ਸਾਡੀ ਇੱਥੇ ਅਲਬਰਟਾ ਦੀ ਗੌਰਮੈਂਟ ਨੇ ਤਾਂ ਇੱਕ ਵਾਰ ਕਾਨੂੰਨ ਹੀ ਬਣਾ ਦਿੱਤਾ ਸੀ ਕਿ ਡੈਫਿਸਿਟ ਦੇ ਵਿੱਚ ਤੁਸੀਂ ਜਾ ਹੀ ਨਹੀਂ ਸਕਦੇ।
ਪ੍ਰੀਮੀਅਰ ਨੂੰ ਕੁਇਟ ਕਰਨਾ ਪਊਗਾ ਜੇ ਡੈਫਿਸਿਟ ਦੇ ਵਿੱਚ ਜਾਣਾ। ਰੈਲਫ ਲਾਇਨ ਇੱਕ ਰੂਲ ਪਾਸ ਕਰਨ ਲੱਗੇ ਸੀ ਉਦੋਂ ਵੀ ਡੈਫਿਸਿਟ ਦੇ ਵਿੱਚ ਬਣ ਜਾਣਾ ਇੱਕ ਕ੍ਰਿਮੀਨਲ ਅਫੈਂਸ ਆ ਗਵਰਨਮੈਂਟ ਲਈ। ਕਿਉਂ ਜਾਣਾ ਚਾਹੁੰਦੇ ਆ? ਪੰਜਾਬ ਸਾਡਾ ਪਹਿਲੇ ਨੰਬਰ ਤੇ ਹੁੰਦਾ ਸੀ, ਉਹਦਾ ਕੀ ਹੋਇਆ ਜਿਹੜਾ ਰੈਵਨਿਊ ਉੱਥੋਂ ਆਉਂਦਾ ਸੀ ਸਿਰਫ ਸਾਡੇ ਫਾਰਮਰਸ ਨੂੰ, ਸਾਡੇ ਜਿਹੜੇ ਦੂਸਰੇ ਆ ਇੱਕ ਕਹਿੰਦੇ ਤੁਹਾਨੂੰ ਬਿਜਲੀ ਪਾਣੀ ਮੁਫਤ ਦੇ ਦਿੰਦੇ ਆ, ਤੁਹਾਨੂੰ ਆਹ ਦੇ ਦਿੰਦੇ ਆ, ਮੁਫਤ ਦੇ ਦਿੰਦੇ ਆ, ਮੁਫਤ ਉਹਦੇ ਦੇਣ ਦੇ ਚੱਕਰ 'ਚ ਉਹਨਾਂ ਲੋਕਾਂ ਦੀ ਨਿਗਾਹ ਉੱਥੇ ਤੱਕ ਪਹੁੰਚੀ ਨਹੀਂ ਕਿ ਕੀ ਹੋ ਰਿਹਾ। ਪਰ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਸੀ ਉਹ ਖਤਮ ਹੁੰਦੇ ਜਾ ਰਹੇ ਨੇ। ਉਹ ਖਤਮ ਹੋਣ ਦੇ ਨਾਲ ਕਿਸੇ ਗਵਰਨਮੈਂਟ ਨੇ ਉਸ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ 1977-78 ਤੋਂ ਬਾਅਦ ਇਹ ਸ਼ੁਰੂ ਹੋਇਆ ਕਿ ਜੇ ਅਕਾਲੀਆਂ ਨੂੰ ਪੁੱਛੋ ਵੀ ਤੁਸੀਂ ਇੰਨੇ ਕਰਪਟ ਕਿਉਂ ਹੋ ਗਏ ਬਾਈ ਚਾਂਸ, ਇੱਕ ਭਾਈ ਸਾਹਿਬ ਨੇ ਮੈਨੂੰ ਬਹੁਤ ਵਧੀਆ ਜਵਾਬ ਦਿੱਤਾ ਕਿ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦਾ ਕਰਪਟ ਹੋਣਾ ਇੱਕ ਮੌਕੇ ਦੀ ਜ਼ਰੂਰਤ ਸੀਗੀ। ਦ ਰੀਜ਼ਨ ਇਜ਼ ਕਿ ਕਾਂਗਰਸ ਦੇ ਧਨਾਡਾ ਨਾਲ ਪੈਸੇ ਪੰਗਾ ਲੈਣ ਲਈ ਪੈਸੇ ਨਹੀਂ ਸੀ। ਪੰਥਕ ਸਰਕਾਰ ਸੀ ਪਰ ਪੰਥਕ ਦੇ ਨਾਂ ਤੇ ਵੋਟਾਂ ਉਨੀਆਂ ਹੀ ਪੈਂਦੀਆਂ ਸੀ ਪਰ ਪੈਸੇ ਨਹੀਂ ਸੀ। ਪੈਸੇ ਕਿੱਥੋਂ ਲਿਆਈਏ? ਉਹਦੇ ਲਈ ਕਰਪਟ ਹੋਣਾ ਪੈਂਦਾ। ਜਿਹੜਾ ਕੁਝ ਕਾਂਗਰਸੀ ਕਰਦੇ ਸੀ ਉਹ ਉਹਨਾਂ ਨੂੰ ਬਾਦਲ ਸਾਹਿਬ ਨੂੰ ਕਰਨਾ ਪੈਣਾ ਸੀ। ਪਰ ਉਸ 5-5 ਸਾਲ ਦੀ ਨਾਲ ਇੰਨਾ ਇਹ ਕਰਪਟ ਹੋ ਗਏ, ਕਿੱਥੇ ਤਾਂ ਇਹ 1000-2000 ਰੁਪਇਆ ਬਦਲੀਆਂ ਕਰਾਉਣ ਦੇ ਲੈਂਦੇ ਹੁੰਦੇ ਸੀ। ਉਹਨਾਂ ਨੂੰ ਤਾਂ ਇਹਨਾਂ ਨੇ ਆਪਦੇ ਛੋਟੇ ਲੋਕਾਂ ਨੂੰ ਜਿਵੇਂ ਟੁਕੜੀ ਸੁੱਟ ਦਿੰਦੇ ਆ ਕੁੱਤਿਆਂ ਨੂੰ, ਆਪਾਂ ਵੀ ਤੁਸੀਂ ਖਾ ਲਓ ਜੋ ਕਰ ਲਓ, ਉਵੇਂ ਟੁਕੜੀਆਂ ਸੁੱਟਤੀਆਂ ਵੀ ਤੁਸੀਂ ਥੱਲਿਓਂ ਖਾਂਦੇ ਰਹੋ, ਉੱਤੇ ਤੁਸੀਂ ਸਾਨੂੰ ਕਹਿਣ ਵਾਲੇ ਨਾ ਬਣੋ। ਉਹ ਬਿਊਰੋਕਰੇਟਸ ਨੂੰ ਉਹਨਾਂ ਨੇ ਕਰਪਟ ਉੱਥੋਂ ਕਰਤਾ ਬਦਲੀਆਂ 'ਚ। ਆਪ ਜਿਹੜੇ ਵੱਡੇ ਵੱਡੇ ਨੈਚੁਰਲ ਰਿਸੋਰਸਿਸ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜੇ ਸਾਡੇ ਕੋਲ ਨੈਚੁਰਲ ਰਿਸੋਰਸਿਸ ਨੇ ਇਹਨੂੰ ਕਿਵੇਂ ਵੇਚਿਆ ਜਾ ਸਕਦਾ। ਭਾਈ ਸਾਹਿਬ ਵੀ ਉੱਥੋਂ ਆਇਆ ਸੀ ਵੀ ਆਇਆ, ਸਾਨੂੰ ਲੱਗਦਾ ਸੀ ਰੇਤੇ ਦੀ ਤਾਂ ਟਰਾਲੀ ਫ੍ਰੀ 'ਚ ਹੀ ਮਿਲ ਜਾਂਦੀ ਹੁੰਦੀ ਸੀ ਜਦੋਂ ਮਰਜ਼ੀ ਨਹਿਰ ਦਾ ਭਰ ਕੇ ਲੈ ਆਓ। ਹੁਣ ਸਾਨੂੰ ਪਤਾ ਲੱਗਦਾ ਵੀ ਜੋ ਮੁੱਠੀ ਵੀ ਲੈਣੀ ਹੋਵੇ ਤਾਂ ਕਿੰਨੇ ਦੀ ਪੈਂਦੀ ਆ, ਉਹ ਸੀਮੈਂਟ ਤੋਂ ਮਹਿੰਗੀ ਪੈ ਜਾਂਦੀ ਆ। ਇਹ ਜਿਹੜੇ ਨੈਚੁਰਲ ਰਿਸੋਰਸਿਸ ਨੇ ਇਹਨਾਂ ਨੇ ਸਾਰੇ ਟੇਕ ਓਵਰ ਕੀਤੇ ਨੇ। ਉਹ ਜਿਹੜਾ ਰੈਵਨਿਊ ਆ ਇਟ ਇਜ਼ ਅਫੈਕਟਡ। ਜਿਹਦਾ ਆਮ ਬੰਦਾ ਇਹ ਨਹੀਂ ਸੋਚਦਾ ਵੀ ਜੇ ਕੱਲ ਨੂੰ ਇਹ ਟਰੱਕਾਂ ਦੇ ਟਰੱਕ ਜੇ ਰੈਵਨਿਊ ਦੇ ਲੈ ਵੀ ਆਏ ਤਾਂ ਜਿਹਨੇ ਤਾਂ ਸਾਡੀ ਆਉਣ ਵਾਲੀ ਜਨਰੇਸ਼ਨ ਨਹੀਂ ਨੇ, ਇਹਨਾਂ ਦਾ ਕੀ ਆ ਉੱਥੇ ਰਹਿਣਗੇ ਨਹੀਂ। ਹਾਂ, ਜਿਹੜੀ ਜਨਰੇਸ਼ਨ ਖਤਮ ਕਿਉਂ ਹੋ ਰਹੀ ਆ? ਜੇ ਜੌਬ ਨਹੀਂ ਹੈ ਤੇ ਜੌਬ ਨਹੀਂ ਹੈ, ਤੁਸੀਂ ਕਿਸੇ ਘਰ ਦੇ ਵਿੱਚ ਤੁਸੀਂ ਬੈਠੇ ਰਹਿੰਦੇ ਹੋ, ਬੰਦਾ ਡਿਪਰੈਸ਼ਨ 'ਚ ਚਲ ਜਾਊਗਾ। ਜੇ ਡਿਪਰੈਸ਼ਨ 'ਚ ਜਾਊਗਾ, ਕੋਈ ਸੋਰਸ ਹੋਵੇ ਜਿੱਥੇ ਲੋਕਾਂ ਦਾ ਹੋਊਗਾ ਘੰਟੇ ਲਈ, ਉਹਦੇ 'ਚ ਲੋਕੀ ਡਰੱਗਸ ਦੇ ਵਿੱਚ ਚਲੇ ਗਏ। ਡਰੱਗਸ ਦੇ ਵਿੱਚ ਜਿਹੜਾ ਸਪਲਾਇਰ ਤੇ ਡਿਮਾਂਡ ਦੀ ਜਿਹੜੀ ਕ੍ਰੀਏਸ਼ਨ ਸੀ ਉਹ ਵੀ ਗਵਰਨਮੈਂਟ ਦੀ ਸੀ। ਜੇ ਹੁਣ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਹਾਂ ਵੀ ਨਸ਼ਿਆਂ ਦੀ ਪ੍ਰੋਬਲਮ ਆ, ਉਹ ਇਹ ਨਹੀਂ ਕਹਿੰਦੇ ਵੀ ਨਸ਼ਿਆਂ ਦੀ ਪ੍ਰੋਬਲਮ ਨਹੀਂ ਹੈਗੀ, ਉਹ ਸਾਰਾ ਜੁੰਮਾ ਕੇਂਦਰ ਸਰਕਾਰ ਤੇ ਛੱਡ ਦਿੰਦੇ ਨੇ। ਕੇਂਦਰ ਸਰਕਾਰ ਕਹਿੰਦੇ ਨੇ ਵੀ ਤੁਹਾਡੇ ਕੋਲ ਤਾਂ ਪੁਲਿਸ ਦੀ ਸਾਰਾ ਕੁਝ ਤੁਹਾਡੇ ਕੋਲ ਪਾਵਰ ਆ, ਜੇ ਤੁਹਾਨੂੰ ਹੈਗਾ ਪ੍ਰੋਬਲਮ ਤਾਂ ਫੜ ਲਓ ਉਹਨਾਂ ਨੂੰ। ਜਿੰਨੇ ਬੰਦੇ ਫੜੇ ਨੇ ਨਾ, ਮੇਰੇ ਹਾਲ 5000 ਕੇਸ ਆਏ ਨੇ ਪਿਛਲੇ ਸਾਲ ਸਾਹਮਣੇ, ਉਹ ਸਿਰਫ ਇਸੇ ਲਈ ਛੱਡੇ ਨੇ ਛੋਟੇ ਛੋਟੇ ਕੇਸ ਦਿਖਾਉਣ ਲਈ ਕਿ ਪ੍ਰੋਬਲਮ ਬਹੁਤ ਵੱਡੀ ਆ। ਪਰ ਜੇ ਉਹਦਾ ਓਵਰਆਲ ਰੈਵਨਿਊ ਤੋਂ ਦੇਖਿਆ ਜਾਵੇ ਵੀ 6000 ਕਰੋੜ ਰੁਪਈਆ, 6000 ਕਰੋੜ ਰੁਪਈਏ ਦਾ ਜਿਹੜਾ ਰੈਵਨਿਊ ਆ ਉੱਥੋਂ ਡਰੱਗ ਨੂੰ ਐਕਸਪੋਰਟ ਕਰਨ ਦੀ ਗੱਲ ਕਰ ਰਹੇ ਨੇ। ਕੌਣ ਐਕਸਪੋਰਟ ਕਰ ਰਿਹਾ ਪਤਾ ਨਹੀਂ, ਇਹ ਕਿੱਥੋਂ ਆਊਗਾ? ਇਹ 'ਚ ਗਵਰਨਮੈਂਟਾਂ ਦੀ ਭਾਵੈਲੀ ਹੋਊਗੀ। ਇਹ ਹੁਣ ਕੋਈ ਟੈਰਰਿਜ਼ਮ ਤਾਂ ਹੈ ਨਹੀਂ, ਨਾ ਕੋਈ ਡਰੱਗ ਡੀਲਰ ਕਰ ਸਕਦੇ ਨੇ, ਕੋਈ ਚੈੱਕ ਮਾਰਨੀ ਵੀ ਮੁਸ਼ਕਲ। ਜਿਵੇਂ ਆਪਣਾ ਮੈਂ ਸ਼ਸ਼ੀਕਾਂਤ ਜੀ ਨੂੰ ਵੀ ਮਿਲਿਆ ਔਰ ਆਪ ਪਿਛਲੇ ਦਿਨਾਂ 'ਚ ਉਹਨਾਂ ਨੇ ਕੁਝ ਨਾਮ ਵੀ ਮੇਰੇ ਖਿਆਲ ਕਾਫੀ ਖੁਲਾਸੇ ਕੀਤੇ ਨੇ। ਔਰ ਮੈਂ ਕਿਉਂਕਿ ਮੈਂ ਇੱਥੇ ਦੀਆਂ ਵੀ ਜਿਹੜੇ ਮੈਕਸੀਕੋ ਤੋਂ ਅਮਰੀਕਾ ਦਾ ਜਿਹੜਾ ਡਰੱਗ ਕਾਰਟਲ ਹੈਗਾ ਆ, ਤੇ ਮੈਂ ਉਹਦੇ ਵੀ ਥੋੜ੍ਹੀ ਰਿਸਰਚ ਕੀਤੀ। ਬਿਨਾਂ ਮਿਲੀ ਭੁਗਤ ਤੋਂ ਇਹ ਚੀਜ਼ਾਂ ਨਹੀਂ ਹੋ ਸਕਦੀਆਂ, ਕਦੀ ਵੀ ਨਹੀਂ ਹੋ ਸਕਦੀਆਂ। ਔਰ ਇਸ ਲੈਵਲ 'ਤੇ ਕਿਉਂਕਿ ਇਹ ਇੱਕ ਬੜਾ ਵੱਡਾ ਇਸ ਵੇਲੇ ਮੁੱਦਾ ਬਣਿਆ ਹੋਇਆ ਸੀ। ਮੈਂ ਖੁਦ ਦੇਖ ਕੇ ਆਇਆ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ। ਹਰ ਅੱਧੇ ਕਿਲੋਮੀਟਰ ਦੇ ਤਕਰੀਬਨ ਮੇਰਾ ਖਿਆਲ ਆ 400-500 ਮੀਟਰ ਦੇ ਕਿਤੇ ਨਾ ਕਿਤੇ ਤੁਹਾਨੂੰ ਠੇਕਾ ਜ਼ਰੂਰ ਮਿਲੂਗਾ, ਔਰ ਠੇਕੇ ਦੇ ਡਿੱਗੇ ਹੋਏ ਵੀ ਤੁਹਾਨੂੰ ਜ਼ਰੂਰ ਮਿਲਣਗੇ, ਪਰ ਤੁਹਾਨੂੰ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਮਿਲੇਗੀ ਜਿਹਦੇ ਨਾਲ ਤੁਹਾਨੂੰ ਕੋਈ ਸੇਧ ਮਿਲ ਸਕੇ। ਔਰ ਇਹ ਬੜਾ ਇੱਕ ਗੰਭੀਰ ਮੁੱਦਾ ਬਣਿਆ। ਜਿਵੇਂ ਤੁਸੀਂ ਦੱਸਿਆ, ਇਹ ਤੁਹਾਨੂੰ ਲੱਗਦਾ ਵੀ ਕਿਉਂਕਿ ਪੰਜਾਬ ਦਾ ਮੋਸਟ ਇਸ ਵੇਲੇ ਜਿਹੜਾ ਬਜਟ ਹੈ, ਹੁਣ ਹੋਰ ਪਾਸਿਓਂ ਨੈਚੁਰਲ ਜਿਹੜਾ ਸੀਗਾ ਜਿੱਥੋਂ ਆਪਣੇ ਜਨਰੇਟ ਹੁਣ ਇਨਕਮ ਜਨਰੇਟ ਹੋਣੀ ਸੀ ਪੰਜਾਬ ਵਾਸਤੇ, ਜਿਹੜੇ ਕਿਸਾਨ ਆਪਣੀ ਮਿਹਨਤ ਕਰਕੇ ਸਾਰਾ ਕੁਝ ਕਰਕੇ ਕੇਂਦਰ ਨੂੰ ਜਿਹੜਾ ਪਹਿਲਾਂ ਤੋਂ ਸਾਰਾ ਕੁਝ ਲਿਆ ਕੇ ਮੰਡੀਆਂ 'ਚ ਦੇ ਰਿਹਾ, ਫਿਰ ਉਸ ਤੋਂ ਬਾਅਦ ਅੱਧੇ ਭਾਅ 'ਤੇ ਜਾ ਕੇ ਕਿਤੇ ਪਤਾ ਨਹੀਂ ਕਿੰਨੇ % ਲੈਸ ਜਾ ਕੇ ਉਹ ਕੇਂਦਰ ਦੇ ਵਿੱਚ ਜਾਂ ਸੈਂਟਰਲ ਦੇ ਵਿੱਚ ਉਹਨੂੰ ਸੈਂਟਰਲ ਦੇ ਖਜ਼ਾਨੇ 'ਚ ਵੇਚ ਰਿਹਾ। ਉਹ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਇਹਦੇ ਵਿੱਚ ਕੁਝ ਚੇਂਜ ਕਰੇਗੀ? ਜਿਹੜੀ ਕਿਸਾਨ ਨੂੰ ਇਸ ਵੇਲੇ ਧੜ ਜਿਹੜਾ ਕਰਜ਼ਾ ਦਿੱਤਾ ਜਾ ਰਿਹਾ, ਕਰਜ਼ਾਈ ਹੋ ਕੇ ਉਹਨੂੰ ਹੋਰ ਕੁਝ ਨਹੀਂ ਸੋਚ ਰਿਹਾ, ਉਹਨੂੰ ਇਹੀ ਸੋਚ ਰਿਹਾ ਵੀ ਇੱਕ ਪਾਸੇ ਮੇਰੇ ਸਾਹਮਣੇ ਏਡੀ ਵੱਡੀ ਪਹਾੜ ਆ, ਦੂਸਰੇ ਪਾਸੇ ਮੇਰੇ ਲਈ ਖਾਈ ਆ, ਪਹਾੜ 'ਤੇ ਮੈਂ ਚੜ੍ਹ ਨਹੀਂ ਸਕਦਾ, ਪਰ ਮੈਂ ਉਹ ਖਾਈ ਦੇ ਵਿੱਚ ਛਾਲ ਮਾਰਨੀ ਮੈਨੂੰ ਸੌਖੀ ਆ, ਮਤਲਬ ਕਿ ਉਹ ਖੁਦਕੁਸ਼ੀ ਕਰ ਰਿਹਾ।
ਇਹਦੇ ਵਾਸਤੇ ਤੁਹਾਡੀ ਪਾਰਟੀ ਕੁਝ ਕਰ ਸਕਦੀ ਹੈ? ਇਹਦੇ ਵਾਸਤੇ ਦੇਖੋ ਇਹ ਇੱਕ ਨਾ ਕਾਫੀ ਕੰਪਲਿਕੇਟਡ ਇਸ਼ੂ ਆ। ਉਹਦੇ ਚ ਇਹ ਆ ਵੀ ਜਿਵੇਂ ਇੱਕ ਕਿਸੇ ਪਾਰਟੀ ਨੇ ਕਿਹਾ ਵੀ ਦੇਖੋ ਵੀ ਜਿਹੜੀ ਫਾਰਮਰਸ ਨੇ, ਚਾਹੇ ਉਹ ਪੰਜਾਬ ਦੇ ਹੋਣ, ਚਾਹੇ ਇੰਡੀਆ ਕਿਤੋਂ ਹੋਣ, ਚਾਹੇ ਵਰਲਡ ਵਾਈਡ ਕਿਤੋਂ ਹੋਣ, ਚਾਹੇ ਆਪਣੇ ਅਲਬਰਟਾ 'ਚ ਹੀ ਹੋਣ, ਹੈ ਨਾ। ਕਿਉਂਕਿ ਇਹ ਮੁੱਦਾ ਸੌਰੀ ਮੈਂ ਤੁਹਾਡੀ ਗੱਲ ਕੱਟਦੇ, ਕਾਫੀ ਸਟੇਟਾਂ ਦੇ ਵਿੱਚ ਹੋਰ ਵਿੱਚ ਵੀ ਇਹ ਆ ਰਿਹਾ ਹੈ। ਮਹਾਰਾਸ਼ਟਰ 'ਚ ਆ ਰਿਹਾ, ਉੱਥੇ ਕਿਸਾਨ ਬਹੁਤ ਖੁਦਕੁਸ਼ੀ ਕਰ ਰਹੇ ਨੇ। ਉਹਦਾ ਇਹ ਗੱਲ ਆ ਵੀ ਜਦੋਂ ਕੈਪੀਟਲਿਜ਼ਮ, ਕਰੋਨੀ ਕੈਪੀਟਲਿਜ਼ਮ ਦੇ ਵਿੱਚ ਤੁਸੀਂ ਜਾਂਦੇ ਹੋ ਨਾ, ਜਦੋਂ ਫਾਰਮਰ ਜਾਂਦੇ ਨੇ, ਐਕਚੁਅਲੀ ਫਾਰਮਰ ਇੱਕ ਮਿਹਨਤ ਕਲਾਸ ਦੱਸੀ ਜਾਂਦੀ ਹੈ ਨਾ। ਸਾਨੂੰ ਇਹਨਾਂ ਨੇ ਬੇਵਕੂਫ ਬਣਾਇਆ ਸਬਸਿਡੀਆਂ ਦੇ ਵਿੱਚ। ਸਾਨੂੰ ਸਬਸਿਡੀ ਦਿੱਤੀ ਇਹਨਾਂ ਨੇ ਪਾਣੀ 'ਚ, ਸਾਨੂੰ ਸਬਸਿਡੀ ਦਿੱਤੀ ਉਹਦੇ 'ਚ ਬਿਜਲੀ 'ਚ, ਸਾਨੂੰ ਸਬਸਿਡੀ ਦਿੱਤੀ ਫਰਟੀਲਾਈਜ਼ਰ ਦੇ ਵਿੱਚ। ਜਦੋਂ ਜਿਹੜੀ ਐਕਚੁਅਲ ਕਾਸਟ ਸੀ ਨਾ ਸਾਡੀ, ਜਿਹੜੀ ਮੰਡੀਆਂ 'ਚ ਜਾਂਦੀ ਸੀ, ਉਹਦੇ 'ਚ ਸਾਡੀ ਜਿਵੇਂ ਫਸਲ ਜਾਂਦੀ ਸੀ, ਠੀਕ ਹੈ ਨਾ, ਉੱਥੇ ਜਾ ਕੇ ਇਹਨਾਂ ਨੇ ਕਿੰਤੂ ਪਰੰਤੂ ਜ਼ਰੂਰ ਕੀਤੇ। ਜਦੋਂ ਇਹ ਰੇਟ ਵੀ ਸੈੱਟ ਕਰਦੇ ਸੀ ਨਾ ਸੈਂਟਰ ਤੋਂ, ਤਾਂ ਉਹ ਐਵੇਂ ਪੰਜਾਬ ਗਵਰਨਮੈਂਟ ਸੈਂਟਰ ਨੂੰ ਬਲੇਮ ਕਰ ਦਿੰਦੀ ਸੀ, ਸੈਂਟਰ ਉਹਨੂੰ ਕਰ ਦਿੰਦੀ ਸੀ। ਜਦੋਂ ਜਿਹੜਾ ਕਿਸਾਨ ਦਾ ਪ੍ਰੋਫਿਟ ਹੋਣਾ, ਉਹ ਉਹਦੀ ਐਕਚੁਅਲੀ ਉਪਜ ਦੇ ਬੇਸ ਤੇ ਹੋਣਾ। ਇੱਕ ਜਿਹੜਾ ਮੁੱਦਾ ਲੈ ਕੇ ਆਊਗੀ ਜਿਹੜੀ ਆਮ ਆਦਮੀ ਪਾਰਟੀ ਆ, ਹੁਣ ਇਹਨਾਂ ਨੇ ਦੂਜੀਆਂ ਪਾਰਟੀਆਂ ਨੇ ਵੀ ਕਾਪੀ ਕਰ ਲੈਣਾ। ਜਿਹੜੀ ਵੀ ਕੋਈ ਚੀਜ਼ ਹੈ, ਸਾਡਾ ਕੋਈ ਬਿਜ਼ਨਸ ਆ, ਕੁਛ ਆ, ਉਹ ਇੰਸ਼ੋਰੈਂਸ ਉਹਦੀ ਹੁੰਦੀ ਆ, ਰਾਈਟ। ਜਦੋਂ ਜਿਹੜੀ ਕਿਸਾਨ ਦੀ ਇੱਥੇ ਅਲਬਰਟਾ 'ਚ ਇੰਸ਼ੋਰੈਂਸ ਹੋ ਸਕਦੀ ਹੈ, ਪੰਜਾਬ 'ਚ ਕਿਉਂ ਨਹੀਂ ਹੋ ਸਕਦੀ? ਪਹਿਲੀ ਗੱਲ, ਜੇ ਉਹਦੀ ਇੰਸ਼ੋਰੈਂਸ ਵੈਲਿਊ ਹੋਵੇ, ਕਿਸਾਨ ਨੂੰ ਸਵੇਰੇ ਉੱਠ ਕੇ ਉੱਧਰ ਬੱਦਲ ਰੱਬ ਬੰਨੀ ਆਪਣੀ ਕਿਸਮਤ ਨਾ ਦੇਖਣੀ ਪਵੇ, ਘੱਟੋ ਘੱਟ ਇੰਸ਼ੋਰੈਂਸ ਤਾਂ ਹੋਣੀ ਚਾਹੀਦੀ ਹੈ। ਅੱਜ ਤੱਕ ਅਸੀਂ ਕਿਸਾਨ ਦੀ ਕਰਦੇ ਹਾਂ, ਕਿਸੇ ਨੇ ਇੰਸ਼ੋਰੈਂਸ ਦੀ ਗੱਲ ਹੀ ਨਹੀਂ ਕੀਤੀ। ਇਹ ਪਹਿਲਾਂ ਕੇਜਰੀਵਾਲ ਸਾਹਿਬ ਦੀ ਗੱਲ ਸੀਗੀ ਕਿ ਇਹਨਾਂ ਨੂੰ ਥੋੜੀ ਬਹੁਤ ਫਾਰਮਰਸ ਨੂੰ ਇੰਸ਼ੋਰੈਂਸ ਹੋਣੀ ਚਾਹੀਦੀ ਆ। ਹੁਣ ਤੁਸੀਂ ਕਹੋਗੇ ਵੀ ਇਹ ਤਾਂ ਛੋਟੀ ਜਿਹੀ ਗੱਲ ਸੀ, ਵੀ ਉਹ ਵੀ ਕਰ ਸਕਦੀਆਂ ਸੀ, ਇਹਨਾਂ ਜਿਹੜਾ ਆਪਦੇ ਪੱਲਿਓਂ ਪੈਸੇ ਪਾਉਣੇ ਸੀ। ਪਰ ਜੇ ਤੁਸੀਂ ਕਿਸਾਨਾਂ ਨੂੰ ਜਿਉਣ ਦੇਣਾ ਹੋਵੇ ਤਾਂ ਹੀ ਨਾ। ਕਿਸਾਨਾਂ ਨੂੰ ਤਾਂ ਤੁਸੀਂ ਖਤਮ ਕਰ ਰਹੇ ਹੋ। ਸਾਡੇ ਕਿਸਾਨ ਕੌਣ ਰਹਿ ਗਏ ਹੁਣ? ਜਾਂ ਤਾਂ ਜਿਹੜੇ ਮਲਟੀਪਲਾਈ ਕਰ ਕੇ 8-900 ਹਜ਼ਾਰ ਕਿੱਲੇ ਜ਼ਮੀਨ ਬਣਾ ਰਹੇ ਨੇ। ਜਿਹੜਾ ਮਰੂਗਾ ਕਿਸਾਨ 10-20 ਕਿੱਲਿਆਂ ਵਾਲਾ, ਇੱਕ ਤਾਂ ਉਹਦੇ ਨਾਲ ਜਦੋਂ ਫੈਮਿਲੀ ਵੱਡੀ ਹੁੰਦੀ ਹੈ ਤਾਂ ਉਹਦੀ ਲੈਂਡ ਡਿਵਾਈਡ ਹੋਈ ਜਾਣੀ ਹੈ ਨੈਚੁਰਲੀ। ਲੈਂਡ ਡਿਵਾਈਡ ਹੋਣ ਦੇ ਨਾਲ ਮੋਸਟਲੀ ਲੋਕਾਂ ਦੀ ਕੰਡੀਸ਼ਨ ਇਹ ਆ ਰਹੀ ਹੈ ਵੀ ਕਿੱਲੇ 2 ਕਿੱਲੇ ਦਾ ਰਹਿ ਗਿਆ, ਕਿੱਲੇ 2 ਕਿੱਲੇ 'ਚ ਤਾਂ ਘਰ ਹੀ ਪੈ ਸਕਦਾ, ਉਹਦੇ ਤੇ ਲਿਵਿੰਗ ਤਾਂ ਨਹੀਂ ਹੋ ਸਕਦੀ, ਰਾਈਟ। ਨਾ ਤੁਸੀਂ ਇਨਫਰਾਸਟ੍ਰਕਚਰ ਲੈ ਕੇ ਆਉਣੇ, ਨਾ ਉਹ ਲੈ ਕੇ ਆਉਣੇ। ਜਾਂ ਜਿਹੜੇ 20-25 ਕਿੱਲੇ ਜਾਂ 100 ਕਿੱਲਿਆਂ 'ਚ, ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਸੀ ਵੀ ਤੁਹਾਨੂੰ ਸਰਕਾਰ ਨਾਲ ਰਹਿਣਾ ਪੈਂਦਾ, ਉਹਦਾ ਰਹਿਣ ਦਾ ਮਤਲਬ ਇਹ ਆ ਵੀ ਜੇ ਤੁਸੀਂ ਹੁਣ ਹਰਿਆਣੇ ਦੇ ਵਿੱਚ ਜਾਂ ਉਸ ਤੋਂ ਬਾਅਦ ਰਾਜਸਥਾਨ ਦੇ ਵਿੱਚ ਤੇ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਵੀ ਚਲ ਜਾਓ, ਇਹਨਾਂ ਨੇ ਕੀਤਾ ਜਿਨ੍ਹਾਂ ਦੇ ਕਾਨੂੰਨ ਹੁੰਦਾ ਵੀ ਤੁਹਾਡੀ ਜਿਹੜੀ ਇਹ ਕੰਜ਼ਰਵੇਸ਼ਨ ਦੇ ਵਿੱਚ ਲੈਂਡ ਐਕਵਾਇਰ ਕਰ ਸਕਦੇ ਹੁੰਦੇ ਨੇ। ਗਵਰਨਮੈਂਟ ਕੀ ਕਰਦੀ ਹੈ? ਲੈਂਡ ਐਕਵਾਇਰ ਕਰ ਲੈਂਦੀ ਆ। ਲੈਂਡ ਐਕਵਾਇਰ ਕਰਕੇ ਉਸ ਤੋਂ ਬਾਅਦ ਇੰਡਸਟਰੀਅਲਿਸਟ ਨੂੰ ਸਬਸਿਡਾਈਜ਼ ਪ੍ਰਾਈਸ ਤੇ ਵੇਚ ਦਿੰਦੀ ਆ। ਉਹਦਾ ਰੀਜ਼ਨ ਇਹ ਆ ਵੀ ਉਹਦੇ 'ਚ ਆਪਣੇ ਕਮਿਸ਼ਨ ਜਾਂ ਹਿੱਸੇ ਪੱਤੀ ਇਹਨਾਂ ਦੇ ਸੈੱਟ ਹੁੰਦੇ ਨੇ। ਉਹਦੇ ਵਿੱਚੋਂ ਵੀ ਕਿਸਾਨੀ ਨੂੰ ਖਤਮ ਕੀਤਾ ਜਾਊਗਾ। ਜਦੋਂ ਸ਼ਹਿਰਾਂ ਦੇ ਕੋਲ ਜ਼ਮੀਨ ਆਊਗੀ ਨਾ, ਉਹ ਡਿਵੈਲਪਮੈਂਟ ਦੇ ਨਾਂ ਤੇ ਐਕਵਾਇਰ ਕੀਤੀ ਜਾਊਗੀ। ਜਿਵੇਂ ਏਅਰਪੋਰਟ ਬਣਾਉਣਾ ਐਕਵਾਇਰ ਕਰ ਲਓ, ਕਿਸਾਨਾਂ ਨੂੰ ਲੱਗਦਾ ਵੀ ਨਹੀਂ ਸਾਡੇ ਅਸੀਂ ਪੈਸੇ ਨਾਲ ਅਮੀਰ ਬਣ ਜਾਵਾਂਗੇ, ਉਹ ਬਣ ਜਾਵਾਂਗੇ, ਪਰ ਉਹ ਅਮੀਰ ਮੂਰ ਨਹੀਂ ਬਣ ਰਿਹਾ। ਉਹ ਤਾਂ ਉਹਨਾਂ ਨੂੰ ਗਲਤ ਫਹਿਮੀਆਂ ਨੇ। ਜਿਹੜੀ ਆਮ ਆਦਮੀ ਦੀ ਇਨਕਮ ਹੁੰਦੀ ਆ, ਆਪਾਂ ਨੂੰ ਹੁਣ ਇੱਥੇ ਆ ਕੇ ਪਤਾ ਲੱਗਿਆ ਵੀ ਜਿਹੜਾ ਅਸੀਂ ਮੰਥਲੀ ਕੋਈ ਕੰਮ ਕਰਦੇ ਹਾਂ, ਜੌਬ ਕਰਦੇ ਹਾਂ ਜਾਂ ਬਿਜ਼ਨਸ ਕਰਦੇ ਹਾਂ, ਉਹਦੀ ਇਨਕਮ ਦੇ ਬੇਸ ਤੇ ਸਾਡੀ ਲਾਈਫ ਹੁੰਦੀ ਆ, ਸਾਡੀ ਚੁੱਲ੍ਹੇ ਦੀ ਹੁੰਦੀ ਆ। ਜੇ ਅਸੀਂ ਜ਼ਮੀਨ ਵੇਚ ਕੇ ਜਾਂ ਗਹਿਣੇ ਵੇਚ ਕੇ ਜਾਂ ਹੋਰ ਵੇਚ ਕੇ ਆਪਦਾ ਮਹੀਨੇ ਦਾ ਖਰਚਾ ਰਚਾਉਣਾ, ਉਹਨੂੰ ਤਾਂ ਇਕੋਨਮੀ ਨਹੀਂ ਕਹਿੰਦੇ ਅਸੀਂ, ਰਾਈਟ। ਉਹ ਹਾਲਤ ਉੱਥੇ ਹੋ ਚੁੱਕੀ ਆ ਕਿ ਲੋਕਾਂ ਨੂੰ ਹੁੰਦਾ ਵੀ ਅਸੀਂ ਅੱਜ ਕਿੱਲਾ ਵੇਚ ਦਈਏ ਤੇ ਸਾਡਾ ਸਾਲ 2 ਸਾਲ ਲੱਗ ਜੂਗਾ। ਫਿਰ ਉਸ ਤੋਂ ਬਾਅਦ ਜਿਵੇਂ ਹੁਣ ਇੱਧਰਲੀ ਗੱਲ ਆਈ ਹੋਈ ਆ, ਕਿੱਲਾ 2 ਕਿੱਲਾ ਵੇਚ ਕੇ ਮੈਂ ਮੁੰਡਿਆਂ ਨੂੰ, ਕੁੜੀ ਨੂੰ ਬਾਹਰ ਭੇਜ ਦੂੰਗਾ, ਮੇਰੀ ਤਾਂ ਚੱਲ ਲੰਘ ਗਈ ਆ, ਦੂਜੀ ਲੰਘ ਜੂਗੀ। ਇਹਦਾ ਮਤਲਬ ਜਨਰੇਸ਼ਨ ਤਾਂ ਖਤਮ ਹੋ ਰਹੀ ਆ। ਬਿਲਕੁਲ ਖਤਮ ਹੋਣ ਦੇ ਨਾਲ ਇਹਦਾ ਇਕਨੋਮਿਕ ਫਰੰਟ ਦੇ ਉੱਤੇ ਇਹ ਆ ਵੀ ਪੰਜਾਬ ਦਾ ਫਾਇਦਾ ਕਿਉਂ ਨਹੀਂ ਹੋ ਰਿਹਾ। ਪੰਜਾਬ ਦਾ ਫਾਇਦਾ ਜੇ ਅਸੀਂ ਲਾਰਜੈਸਟ ਸਕੇਲ ਤੇ ਦੇਖਿਆ ਜਾਵੇ, ਜਿਹੜਾ ਪੈਸਾ ਇਸ ਚਾਹੇ ਗਲਤ ਚਾਹੇ ਚੰਗੇ ਤਰੀਕਿਆਂ ਨਾਲ ਪੱਟਿਆ ਜਾ ਰਿਹਾ, ਉਹ ਇੱਕ 2 ਨੰਬਰ ਦਾ ਪੈਸਾ ਬਣ ਕੇ ਬਾਹਰੇ ਮੁਲਕਾਂ 'ਚ ਪਿਆ। ਜੇ ਉਹ ਇਕੋਨਮੀ ਦੇ ਸਾਈਕਲ ਦੇ ਵਿੱਚ ਆਵੇ ਤਾਂ ਵੀ ਲੋਕਾਂ ਦਾ ਫਾਇਦਾ ਹੋ ਜਾਵੇ। ਜੇ ਹੁਣ ਸਾਡੇ ਚੀਫ ਮਿਨਿਸਟਰ ਸਾਹਿਬ ਕੋਈ ਕਰਪਸ਼ਨ ਕਰਕੇ ਜਾਂ ਜਿੰਨਾ ਮਰਜ਼ੀ ਪੈਸਾ ਬਣਾ ਕੇ ਇੰਡਸਟਰੀ ਉਹ ਲਾ ਦੇਣ, ਲੋਕਾਂ ਨੂੰ ਜੌਬ ਹੀ ਮਿਲ ਜਾਵੇ। ਜ਼ਰੂਰੀ ਤਾਂ ਨਹੀਂ ਵੀ ਉਹਦਾ ਇੰਡਸਟਰੀ ਦਾ ਪ੍ਰੋਫਿਟ ਉਹਨਾਂ ਨੂੰ ਮਿਲੇ, ਚਲੋ ਜੌਬ ਤਾਂ ਮਿਲ ਜਾਣ, ਪਰ ਉਹ ਤਾਂ ਪੈਸਾ ਸਟੱਕ ਹੋ ਕੇ ਕਿਸੇ ਬਾਹਰਲੇ ਮੁਲਕਾਂ ਦੀ ਇਕੋਨਮੀ ਦੀ ਹੈਲਪ ਕਰ ਰਿਹਾ। ਇਸ ਦਾ ਪੰਜਾਬ ਨੂੰ ਇੱਕ ਡਬਲ ਡਿਪ ਇਫੈਕਟ ਹੋ ਰਿਹਾ। ਡਬਲ ਡਿਪ ਇਫੈਕਟ ਹੋਣ ਦੇ ਨਾਲ ਜਨਰੇਸ਼ਨ ਖਤਮ ਹੋਣ ਦਾ ਇੱਕ ਖਦਸ਼ਾ ਪੈਦਾ ਹੋ ਰਿਹਾ ਜੀ। ਤੇ ਇਹਨਾਂ ਨੂੰ ਜਿਵੇਂ ਤੁਸੀਂ ਕਹਿੰਦੇ ਹੋ ਫਿਰ ਵੀ ਆਮ ਆਦਮੀ ਕਰੂਗੀ, ਮੇਰੇ ਨਾਲ ਆਮ ਆਦਮੀ ਤੋਂ ਉਮੀਦ ਇਸ ਲਈ ਕੀਤੀ ਜਾ ਸਕਦੀ ਹੈ ਕਿਉਂਕਿ ਇਹਨਾਂ ਦੀ ਫਿਰ ਵੀ ਨੀਅਤ ਸਾਫ਼ ਆ। ਘੱਟੋ ਘੱਟ ਤੁਹਾਡੀਆਂ ਪ੍ਰੋਬਲਮਸ ਤਾਂ ਤੁਹਾਨੂੰ ਦੱਸ ਰਹੇ ਨੇ ਵੀ ਤੁਹਾਡੀ ਪ੍ਰੋਬਲਮਸ ਆਹ ਨੇ, ਤੁਹਾਨੂੰ ਪ੍ਰੋਬਲਮ ਨਹੀਂ ਪਤਾ ਹੈਗਾ। ਇਹ ਜਿਹੜੇ ਦੂਜੇ ਸਾਨੂੰ ਜਿਹੜੇ ਇੰਡਸਟਰੀਅਲਿਸਟ ਜਾਂ ਜਿਹੜੇ ਕਰੋਨੀ ਕੈਪੀਟਲਿਜ਼ਮ ਦੇ ਬੰਦੇ ਨੇ ਨਾ, ਇਹ ਲੋਕਾਂ ਨੂੰ ਸਲਾਹਾਂ ਦੇ ਰਹੇ ਨੇ ਇਹਨਾਂ ਦੀਆਂ ਗੱਲਾਂ 'ਚ ਨਾ ਆਓ। ਇਹਨਾਂ ਦੀ ਗੱਲਾਂ 'ਚ ਆ ਕੇ ਤੁਹਾਡਾ ਕੋਈ ਫਾਇਦਾ ਨਹੀਂ ਹੋਣਾ। ਕੋਈ ਸ਼ਾਰਟ ਟਰਮ ਗੇਨ ਹੋ ਸਕਦਾ ਪਰ ਲੌਂਗ ਟਰਮ ਨਹੀਂ। ਠੀਕ ਹੈ ਜੀ। ਗੱਲਬਾਤ ਆਪਾਂ ਇੱਥੋਂ ਫਿਰ ਦੁਬਾਰਾ ਸ਼ੁਰੂ ਕਰਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।